ਮੈਨੂੰ ਇੱਕ ਕੁੜੀ ਪਸੰਦ ਆ ਗਈ। ਉਹ ਬਹੁਤ ਹੀ ਸੋਹਣੀ ਸੀ। ਮੈਂ ਉਸ ਨੂੰ ਪਾਉਣਾ ਚਾਹੁੰਦਾ ਸੀ। ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮੈਂ ਉਸ ਕੁੜੀ ਨੂੰ 2-3 ਵਾਰ ਆਪਣੇ ਦਿਲ ਦੀ ਗੱਲ ਦੱਸੀ, ਪਰ ਉਹ ਬਿਨਾਂ ਜਵਾਬ ਦਿੱਤੇ ਹੀ ਚਲੀ ਜਾਂਦੀ ਸੀ। ਜਦੋਂ ਮੈਂ ਨਾ ਮੰਨਿਆ ਤਾਂ ਉਸਨੇ ਮੈਨੂੰ ਇੱਕ ਰਾਤ ਮਿਲਣ ਲਈ ਬੁਲਾਇਆ ਅਤੇ ਮੇਰਾ ਹੱਥ ਫੜ ਕੇ ਅਜਿਹੀ ਜਗ੍ਹਾ ਲੈ ਗਈ ਜਿੱਥੇ ਚੰਗੇ ਅਤੇ ਸ਼ਰੀਫ ਲੋਕ ਕਦੇ ਨਹੀਂ ਜਾਂਦੇ, ਅਤੇ ਉੱਥੇ ਲਿਜਾ ਕੇ ਮੇਰੇ ਸਾਹਮਣੇ ਅਜਿਹਾ ਕੰਮ ਕੀਤਾ ਜਿਸ ਨੂੰ ਦੇਖ ਕੇ ਮੈਨੂੰ ਅਜਿਹਾ ਲੱਗਿਆ ਜਿਵੇਂ ਮੇਰੇ ਸਰੀਰ ਵਿੱਚੋਂ ਮੇਰੀ ਆਤਮਾ ਹੀ ਨਿਕਲ ਗਈ ਹੋਵੇ। ਮੈਂ ਅਜਿਹਾ ਕਦੇ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ ਸੀ। ਜਿਵੇਂ ਹੀ ਮੈਂ ਬੱਸ ਦੇ ਅੰਦਰ ਗਿਆ ਤਾਂ ਉਹ ਕੁੜੀ ਮੈਨੂੰ ਬੱਸ ਵਿੱਚ ਬੈਠੀ ਦਿਖੀ। ਉਸ ਨੂੰ ਬੱਸ ਵਿੱਚ ਬੈਠਾ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਜਿੱਥੇ ਉਹ ਬੈਠੀ ਸੀ ਮੈਂ ਉਸ ਦੀ ਪਿਛਲੀ ਸੀਟ ਤੇ ਜਾ ਕੇ ਬੈਠ ਗਿਆ ਅਤੇ ਬਹੁਤ ਹੀ ਹੌਲੀ ਜਿਹੀ ਆਵਾਜ਼ ਵਿੱਚ ਉਸ ਨੂੰ ਕਿਹਾ, ਅੱਜ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਕੇ ਜਾਇਓ। ਉਸਨੇ ਮੇਰੀ ਗੱਲ ਸੁਣ ਲਈ ਸੀ ਪਰ ਕੋਈ ਜਵਾਬ ਨਹੀਂ ਦਿੱਤਾ ਅਤੇ ਮੈਂ ਉਸ ਨਾਲ ਸਿੱਧੀ ਗੱਲਬਾਤ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਬੱਸ ਵਿੱਚ ਜੇਕਰ ਕਿਸੇ ਨੂੰ ਵੀ ਅਜਿਹਾ ਲੱਗਦਾ ਕਿ ਮੈਂ ਉਸ ਨੂੰ ਪਰੇਸ਼ਾਨ ਕਰ ਰਿਹਾ ਹਾਂ ਤਾਂ ਲੋਕ ਮੈਨੂੰ ਮਾਰਨਾ ਸ਼ੁਰੂ ਕਰ ਦਿੰਦੇ। ਖੈਰ, ਮੈਂ ਚੁੱਪਚਾਪ ਬੈਠਾ ਉਸ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਕੁਝ ਦੇਰ ਬਾਅਦ ਉਸ ਦਾ ਸਟਾਪ ਆ ਗਿਆ ਅਤੇ ਉਹ ਉਤਰ ਕੇ ਜਾਣ ਲੱਗੀ। ਮੈਂ ਇੱਕ ਵਾਰ ਫਿਰ ਹਿੰਮਤ ਕਰਕੇ ਹੌਲੀ ਜਿਹੀ ਬੋਲਿਆ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ ਬੱਸ ਤੋਂ ਉਤਰ ਕੇ ਚਲੀ ਗਈ ਅਤੇ ਉਸ ਦਾ ਅਜਿਹਾ ਵਰਤਾਓ ਦੇਖ ਕੇ ਮੈਂ ਬਹੁਤ ਦੁਖੀ ਹੋ ਗਿਆ। ਉਹ ਕੁੜੀ ਮੈਨੂੰ ਬਹੁਤ ਹੀ ਪਸੰਦ ਸੀ ਅਤੇ ਉਸ ਨੂੰ ਮੈਂ ਕਿਸੇ ਵੀ ਕੀਮਤ 'ਤੇ ਪਾਉਣਾ ਚਾਹੁੰਦਾ ਸੀ ਅਤੇ ਮੈਨੂੰ ਆਪਣੇ ਮੰਮੀ ਨੂੰ ਵੀ ਜਵਾਬ ਦੇਣਾ ਸੀ। ਪਰ ਅੱਜ ਵੀ ਮੈਂ ਕਾਲਜ ਤੋਂ ਘਰ ਖਾਲੀ ਹੱਥ ਹੀ ਮੁੜਿਆ ਸੀ ਅਤੇ ਮੈਂ ਬਹੁਤ ਉਦਾਸ ਸੀ। ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਪਿਆ ਰਿਹਾ ਅਤੇ ਖਾਣਾ ਖਾਣ ਲਈ ਵੀ ਬਾਹਰ ਨਹੀਂ ਆਇਆ। ਪਰ ਜਦੋਂ ਰਾਤ ਹੋ ਗਈ ਤਾਂ ਮੰਮੀ ਰੋਟੀ ਲੈ ਕੇ ਮੇਰੇ ਕਮਰੇ ਵਿੱਚ ਆ ਗਈ, ਕਿਉਂਕਿ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਖਾਲੀ ਪੇਟ ਮੈਨੂੰ ਨੀਂਦ ਨਹੀਂ ਆਉਂਦੀ। ਮੈਨੂੰ ਕੀ, ਸ਼ਾਇਦ ਖਾਲੀ ਪੇਟ ਕਿਸੇ ਨੂੰ ਵੀ ਨੀਂਦ ਨਹੀਂ ਆਉਂਦੀ। ਮੰਮੀ ਨੇ ਮੇਰਾ ਉਦਾਸ ਤੇ ਉਤਰਿਆ ਹੋਇਆ ਚਿਹਰਾ ਦੇਖ ਕੇ ਮੈਨੂੰ ਕਾਰਨ ਪੁੱਛਿਆ, ਪਰ ਮੈਂ ਮੰਮੀ ਨੂੰ ਇਹ ਸਾਰੀ ਗੱਲ ਕਿਵੇਂ ਦੱਸਦਾ। ਮੈਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਗਿਆ ਤਾਂ ਜੋ ਮੰਮੀ ਦੀ ਚਿੰਤਾ ਦੂਰ ਹੋ ਜਾਵੇ। ਇਸ ਕਰਕੇ ਮੈਂ ਰੋਟੀ ਵੀ ਖਾ ਲਈ ਅਤੇ ਮੰਮੀ ਦੇ ਜਾਣ ਤੋਂ ਬਾਅਦ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਅਤੇ ਉਸ ਨੂੰ ਸਾਰੀ ਗੱਲ ਦੱਸੀ। ਉਸਨੇ ਮੈਨੂੰ ਉਸ ਕੁੜੀ ਦਾ ਪਿੱਛਾ ਕਰਨ ਲਈ ਕਿਹਾ ਅਤੇ ਕੋਈ ਸੁੰਨਸਾਨ ਜਗ੍ਹਾ ਦੇਖ ਕੇ ਉਸ ਨਾਲ ਗੱਲ ਕਰਨ ਲਈ ਕਿਹਾ। ਮੈਨੂੰ ਵੀ ਉਸ ਦਾ ਇਹ ਆਈਡੀਆ ਬਹੁਤ ਚੰਗਾ ਲੱਗਿਆ ਅਤੇ ਅਗਲੇ ਦਿਨ ਮੈਂ ਅਜਿਹਾ ਕਰਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ। ਖੈਰ, ਸਵੇਰ ਹੋਈ ਤਾਂ ਮੈਂ ਕਾਲਜ ਜਾਣ ਲਈ ਘਰੋਂ ਨਿਕਲ ਗਿਆ ਅਤੇ ਉਹ ਕੁੜੀ ਵੀ ਮੈਨੂੰ ਬੱਸ ਵਿੱਚ ਹੀ ਮਿਲ ਗਈ ਅਤੇ ਕੁਝ ਦੇਰ ਬਾਅਦ ਉਸ ਦਾ ਸਟਾਪ ਆਇਆ ਤਾਂ ਮੈਂ ਵੀ ਉਸ ਦੇ ਪਿੱਛੇ ਬੱਸ ਤੋਂ ਉਤਰ ਗਿਆ ਅਤੇ ਦੱਬੇ ਪੈਰੀਂ ਉਸ ਦੇ ਪਿੱਛੇ ਚੱਲਣ ਲੱਗਿਆ। ਕੁਝ ਦੂਰੀ ਤੇ ਜਾ ਕੇ ਉਹ ਆਪਣੇ ਆਪ ਹੀ ਰੁਕ ਗਈ ਅਤੇ ਪਿੱਛੇ ਮੁੜ ਕੇ ਮੇਰੇ ਵੱਲ ਵੇਖਣ ਲੱਗੀ। ਉਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਉਸ ਦਾ ਪਿੱਛਾ ਕਰ ਰਿਹਾ ਹਾਂ, ਪਰ ਉਹ ਸ਼ਾਇਦ ਆਪ ਹੀ ਅਜਿਹੀ ਜਗ੍ਹਾ 'ਤੇ ਆ ਕੇ ਰੁਕ ਗਈ ਜਿੱਥੇ ਕੋਈ ਨਹੀਂ ਸੀ। ਮੈਂ ਅੱਗੇ ਵੱਧ ਕੇ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੇਰੀ ਗੱਲ ਸੁਣ ਕੇ ਉਹ ਗੁੱਸੇ ਨਾਲ ਮੈਨੂੰ ਘੂਰਨ ਲੱਗੀ। ਮੈਂ ਫਿਰ ਉਸ ਨੂੰ ਕਿਹਾ ਕਿ ਤੂੰ ਮੈਨੂੰ ਸਿਰਫ ਆਪਣਾ ਨਾਮ ਅਤੇ ਐਡਰੈਸ ਦੱਸ ਦੇ, ਮੈਂ ਆਪਣੇ ਘਰ ਵਾਲਿਆਂ ਨੂੰ ਆਪ ਹੀ ਤੁਹਾਡੇ ਘਰ ਰਿਸ਼ਤੇ ਦੀ ਗੱਲ ਕਰਨ ਲਈ ਭੇਜ ਦੇਵਾਂਗਾ। ਪਰ ਉਸਨੇ ਕਿਹਾ ਕਿ ਉਹ ਹਾਲੇ ਮੇਰੇ ਨਾਲ ਕੋਈ ਗੱਲ ਨਹੀਂ ਕਰ ਸਕਦੀ, ਪਰ ਹਾਂ, ਤੁਸੀਂ ਮੈਨੂੰ ਰਾਤ ਨੂੰ ਇਸ ਐਡਰੈਸ 'ਤੇ ਆ ਕੇ ਮਿਲ ਸਕਦੇ ਹੋ। ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਅਤੇ ਇਹ ਕਹਿ ਕੇ ਉਹ ਚਲੀ ਗਈ। ਮੈਂ ਉਸ ਦੀ ਇਹ ਗੱਲ ਸੁਣ ਕੇ ਖੁਸ਼ੀ ਨਾਲ ਪਾਗਲ ਹੋ ਗਿਆ ਅਤੇ ਵਾਪਸ ਆਪਣੇ ਕਾਲਜ ਚਲਾ ਗਿਆ। ਕੁਝ ਦਿਨਾਂ ਬਾਅਦ ਮੇਰੇ ਪੇਪਰ ਸਨ ਅਤੇ ਪੜ੍ਹਾਈ ਵਿੱਚ ਮੇਰਾ ਬਿਲਕੁਲ ਵੀ ਧਿਆਨ ਨਹੀਂ ਸੀ। ਕਾਲਜ ਵਿੱਚੋਂ ਛੁੱਟੀ ਹੋਈ ਤਾਂ ਮੈਂ ਜਲਦੀ ਘਰ ਪਹੁੰਚ ਗਿਆ ਅਤੇ ਬੇਸਬਰੀ ਨਾਲ ਰਾਤ ਹੋਣ ਦਾ ਇੰਤਜ਼ਾਰ ਕਰਨ ਲੱਗਿਆ। ਮੇਰੇ ਲਈ ਇੱਕ ਮਿੰਟ ਕੱਢਣਾ ਵੀ ਬਹੁਤ ਔਖਾ ਹੋ ਰਿਹਾ ਸੀ। ਖੈਰ, ਜਿਵੇਂ ਤਿਵੇਂ ਕਰਕੇ ਦਿਨ ਨਿਕਲ ਗਿਆ ਅਤੇ ਰਾਤ ਹੋ ਗਈ ਅਤੇ ਮੈਂ ਸਮੇਂ ਤੋਂ ਪਹਿਲਾਂ ਹੀ ਉਸ ਦੇ ਦੱਸੇ ਹੋਏ ਐਡਰੈਸ 'ਤੇ ਪਹੁੰਚ ਗਿਆ। ਇਸ ਜਗ੍ਹਾ ਜ਼ਿਆਦਾ ਭੀੜ ਨਹੀਂ ਸੀ ਅਤੇ ਮੈਂ ਉੱਥੇ ਖੜ੍ਹਾ ਹੋ ਕੇ ਉਸ ਦਾ ਇੰਤਜ਼ਾਰ ਕਰਨ ਲੱਗਿਆ। ਉਸਨੇ ਮੈਨੂੰ ਕਿਸੇ ਹੋਟਲ ਦੇ ਬਾਹਰ ਬੁਲਾਇਆ ਸੀ। ਰਾਤ ਦੇ 9 ਵਜੇ ਦੇ ਕਰੀਬ ਉਹ ਇੱਕ ਕਾਰ ਵਿੱਚੋਂ ਉਤਰ ਕੇ ਸਿੱਧੀ ਮੇਰੇ ਕੋਲ ਆਈ। ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ।
ਉਹ ਮੇਰੇ ਕੋਲ ਆ ਕੇ ਮੁਸਕਰਾਉਂਦੇ ਹੋਏ ਬੋਲੀ, ਤੁਸੀਂ ਤਾਂ ਬਹੁਤ ਪੱਕੇ ਨਿਕਲੇ, ਟਾਈਮ ਤੋਂ ਪਹਿਲਾਂ ਹੀ ਪਹੁੰਚ ਗਏ। ਮੈਂ ਵੀ ਮੁਸਕਰਾਉਂਦੇ ਹੋਏ ਕਿਹਾ, ਮੈਂ ਤਾਂ ਸਵੇਰ ਤੋਂ ਹੀ ਇਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਆਪਣੇ ਨਾਲ ਲੈ ਕੇ ਚੱਲਣ ਲੱਗੀ। ਉਸਦੇ ਨਰਮ ਹੱਥ ਮੈਨੂੰ ਬਹੁਤ ਸਕੂਨ ਦੇ ਰਹੇ ਸਨ। ਮੈਂ ਉਸਦੇ ਪਿੱਛੇ ਚੱਲਦੇ ਹੋਏ ਪੁੱਛਿਆ ਕਿ ਘੱਟ ਤੋਂ ਘੱਟ ਮੈਨੂੰ ਆਪਣਾ ਨਾਮ ਤਾਂ ਦੱਸੋ। ਤਾਂ ਉਸਨੇ ਆਪਣੀ ਮਿੱਠੀ ਜਿਹੀ ਆਵਾਜ਼ ਵਿੱਚ ਦੱਸਿਆ ਕਿ ਮੇਰਾ ਨਾਂ ਅਨਮੋਲ ਹੈ। ਉਸਦਾ ਨਾਂ ਵੀ ਮੈਨੂੰ ਉਸਦੀ ਤਰ੍ਹਾਂ ਹੀ ਬਹੁਤ ਖੂਬਸੂਰਤ ਲੱਗਿਆ। ਮੈਂ ਉਸਨੂੰ ਪੁੱਛਿਆ, ਅਨਮੋਲ ਤੂੰ ਮੈਨੂੰ ਕਿੱਥੇ ਲੈ ਕੇ ਜਾ ਰਹੀ ਹੈ? ਤਾਂ ਉਹ ਕਹਿਣ ਲੱਗੀ, ਅੱਜ ਰਾਤ ਮੈਂ ਤੁਹਾਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗੀ, ਬਸ ਥੋੜ੍ਹਾ ਇੰਤਜ਼ਾਰ ਕਰੋ। ਉਹ ਮੈਨੂੰ ਲੈ ਕੇ ਚੱਲਦੇ ਇੱਕ ਇਲਾਕੇ ਵਿੱਚ ਲੈ ਆਈ। ਇੱਥੇ ਆਉਣ ਬਾਰੇ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ। ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅਨਮੋਲ ਮੈਨੂੰ ਅਜਿਹੀ ਜਗ੍ਹਾ ਲੈ ਕੇ ਆਵੇਗੀ ਅਤੇ ਉਹ ਮੈਨੂੰ ਲੈ ਕੇ ਇੱਕ ਵੱਡੇ ਸਾਰੇ ਘਰ ਅੰਦਰ ਆ ਗਈ। ਮੈਂ ਫਿਰ ਉਸਨੂੰ ਪੁੱਛਿਆ ਕਿ ਤੂੰ ਮੈਨੂੰ ਇੱਥੇ ਕਿਉਂ ਲੈ ਕੇ ਆਈ ਹੈ, ਪਰ ਉਸਨੇ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਇਸ ਘਰ ਵਿੱਚੋਂ ਤਬਲੇ ਦੀ ਥਾਪ ਅਤੇ ਘੁੰਗਰੂਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਜਿਸ ਨੂੰ ਸੁਣ ਕੇ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ। ਅਤੇ ਅਨਮੋਲ ਨੇ ਮੈਨੂੰ ਅੰਦਰ ਲਿਜਾ ਕੇ ਬਿਠਾ ਦਿੱਤਾ ਅਤੇ ਕਿਹਾ, ਆਰਾਮ ਨਾਲ ਇੱਥੇ ਬੈਠੋ, ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਉੱਥੇ ਹੋਰ ਵੀ ਲੋਕ ਬੈਠੇ ਸਨ। ਮੈਂ ਅਨਮੋਲ ਨੂੰ ਰੋਕਣਾ ਚਾਹੁੰਦਾ ਸੀ, ਪਰ ਉਹ ਮੈਨੂੰ ਬਿਠਾ ਕੇ ਚਲੀ ਗਈ ਅਤੇ ਕੁਝ ਹੀ ਦੇਰ ਬਾਅਦ ਉਹ ਅੰਦਰ ਤੋਂ ਘੁੰਗਰੂ ਪਾ ਕੇ 2 ਹੋਰ ਕੁੜੀਆਂ ਦੇ ਨਾਲ ਬਾਹਰ ਆਈ ਅਤੇ ਆਉਂਦੇ ਹੀ ਨੱਚਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਹੋ ਰਿਹਾ ਸੀ, ਪਰ ਬਦਕਿਸਮਤੀ ਨਾਲ ਇਹ ਸਭ ਕੁਝ ਸੱਚ ਸੀ। ਤਬਲੇ ਦੀ ਥਾਪ 'ਤੇ ਉਸਦੇ ਪੈਰ ਬਹੁਤ ਤੇਜ਼ੀ ਨਾਲ ਥਿਰਕ ਰਹੇ ਸਨ ਅਤੇ ਉਹ 40 ਮਿੰਟ ਤੱਕ ਬਿਨਾਂ ਰੁਕਿਆ ਨੱਚਦੀ ਰਹੀ ਅਤੇ ਉੱਥੇ ਬੈਠੇ ਸਾਰੇ ਲੋਕ ਉਸ ਉੱਪਰ ਪੈਸੇ ਲੁਟਾਉਂਦੇ ਰਹੇ ਅਤੇ ਉਸਦੇ 5 ਮਿੰਟ ਬਾਅਦ ਉਸ ਦੀ ਜਗ੍ਹਾ ਦੂਜੀ ਕੁੜੀ ਨੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਅਨਮੋਲ ਅੰਦਰ ਚਲੀ ਗਈ। ਕੁਝ ਦੇਰ ਬਾਅਦ ਅਨਮੋਲ ਨੇ ਮੈਨੂੰ ਅੰਦਰ ਉਸੇ ਕਮਰੇ ਵਿੱਚ ਬੁਲਾ ਲਿਆ ਜਿੱਥੇ ਉਹ ਬੈਠੀ ਸੀ। ਮੈਂ ਅੰਦਰ ਗਿਆ ਤਾਂ ਮੈਨੂੰ ਦੇਖ ਕੇ ਉਹ ਹੱਸਦੇ ਹੋਏ ਕਹਿਣ ਲੱਗੀ ਕਿ ਅੱਜ ਤੁਹਾਨੂੰ ਮੇਰੀ ਸੱਚਾਈ ਪਤਾ ਚੱਲ ਚੁੱਕੀ ਹੈ ਅਤੇ ਮੈਨੂੰ ਪੱਕਾ ਯਕੀਨ ਹੈ ਕਿ ਤੁਹਾਡੀ ਮੁਹੱਬਤ ਦਾ ਭੂਤ ਵੀ ਉਤਰ ਗਿਆ ਹੋਵੇਗਾ। ਹੁਣ ਤੁਸੀਂ ਆਪਣੇ ਘਰ ਜਾਓ ਅਤੇ ਆਰਾਮ ਕਰੋ। ਮੈਨੂੰ ਉਮੀਦ ਹੈ ਕਿ ਅੱਗੇ ਤੋਂ ਤੁਸੀਂ ਮੇਰਾ ਪਿੱਛਾ ਨਹੀਂ ਕਰੋਗੇ। ਮੈਂ ਅਨਮੋਲ ਨੂੰ ਪੁੱਛਿਆ ਕਿ ਤੂੰ ਇਹ ਕੰਮ ਕਿਉਂ ਕਰਦੀ ਹੈ? ਤਾਂ ਉਸਨੇ ਮੁਸਕਰਾਉਂਦੇ ਹੋਏ ਕਿਹਾ, ਕੋਈ ਵੀ ਕੁੜੀ ਇਸ ਜਗ੍ਹਾ 'ਤੇ ਬਹੁਤ ਹੀ ਮਜਬੂਰੀ ਅਤੇ ਕਠਿਨਾਈਆਂ ਤੋਂ ਹਾਰ ਕੇ ਹੀ ਪਹੁੰਚਦੀ ਹੈ ਅਤੇ ਮੈਂ ਵੀ ਬਹੁਤ ਜ਼ਿਆਦਾ ਮਜਬੂਰ ਅਤੇ ਲਾਚਾਰ ਹੋ ਕੇ ਇਸ ਰਸਤੇ ਨੂੰ ਚੁਣਿਆ ਸੀ। ਮੇਰੇ ਪਾਪਾ ਦੇ ਸਵਰਗਵਾਸ ਤੋਂ ਬਾਅਦ ਮੈਂ ਅਤੇ ਮੇਰੇ ਭੈਣ ਭਾਈ ਇੱਕ ਬਹੁਤ ਬੁਰੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਗਏ। ਅਸੀਂ 2 ਟਾਈਮ ਦੀ ਰੋਟੀ ਲਈ ਵੀ ਤਰਸ ਗਏ ਸੀ। ਮੇਰੀ ਮੰਮੀ ਪਹਿਲਾਂ ਤੋਂ ਹੀ ਬਿਮਾਰ ਸੀ ਅਤੇ ਸਾਡੇ ਰਿਸ਼ਤੇਦਾਰਾਂ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ। ਪਰ ਮੈਂ ਬਹੁਤ ਜਗ੍ਹਾ ਨੌਕਰੀ ਤਲਾਸ਼ ਕੀਤੀ, ਪਰ ਜ਼ਿਆਦਾ ਪੜ੍ਹੀ ਲਿਖੀ ਨਾ ਹੋਣ ਕਰਕੇ ਮੈਨੂੰ ਨੌਕਰੀ ਨਹੀਂ ਮਿਲ ਰਹੀ ਸੀ। ਅਤੇ ਇੱਕ ਦਿਨ ਜਦੋਂ ਮੈਂ ਨੌਕਰੀ ਦੀ ਤਲਾਸ਼ ਵਿੱਚ ਇੱਕ ਦਫ਼ਤਰ ਵਿੱਚ ਗਈ ਤਾਂ ਉੱਥੋਂ ਦੇ ਮਾਲਕ ਨੇ ਮੇਰੀ ਮਜਬੂਰੀ ਦਾ ਪੂਰਾ ਫਾਇਦਾ ਚੁੱਕਿਆ ਅਤੇ ਨੌਕਰੀ ਦਾ ਲਾਲਚ ਦੇ ਕੇ ਮੈਨੂੰ ਆਪਣੇ ਫਲੈਟ 'ਤੇ ਲੈ ਗਿਆ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੈਂ ਵੀ ਆਪਣੀ ਇੱਜ਼ਤ ਨੂੰ ਇਸ ਲਾਲਚ ਵਿੱਚ ਲੁਟਾ ਦਿੱਤਾ ਕਿ ਸ਼ਾਇਦ ਮੈਨੂੰ ਨੌਕਰੀ ਮਿਲ ਜਾਵੇ ਤਾਂ ਜੋ ਮੇਰੇ ਬਾਕੀ ਭੈਣ ਭਾਈਆਂ ਦੀ ਜ਼ਿੰਦਗੀ ਹੌਲੀ-ਹੌਲੀ ਚੰਗੀ ਹੋ ਜਾਵੇ ਅਤੇ ਮੈਂ ਆਪਣੀ ਮੰਮੀ ਦਾ ਵੀ ਇਲਾਜ ਕਰਾ ਸਕਾਂਗੀ। ਪਰ ਸਾਰੀ ਰਾਤ ਉਸ ਦੀ ਹਵਸ ਖਤਮ ਹੋਣ ਤੋਂ ਬਾਅਦ ਸਵੇਰ ਹੁੰਦੇ ਹੀ ਉਸਨੇ ਮੈਨੂੰ ਕੁਝ ਪੈਸੇ ਦਿੱਤੇ ਅਤੇ ਕਿਹਾ, ਜਦੋਂ ਵੀ ਪੈਸੇ ਦੀ ਜ਼ਰੂਰਤ ਹੋਵੇ ਤਾਂ ਇਸੇ ਤਰ੍ਹਾਂ ਸਾਰੀ ਰਾਤ ਰਹਿਣ ਲਈ ਮੇਰੇ ਕੋਲ ਆ ਸਕਦੀ ਹੈ। ਇੰਨਾ ਕਹਿ ਕੇ ਉਸਨੇ ਮੈਨੂੰ ਆਪਣੇ ਫਲੈਟ ਵਿੱਚੋਂ ਕੱਢ ਦਿੱਤਾ। ਮੈਂ ਮੁੱਠੀ ਵਿੱਚ ਕੁਝ ਪੈਸੇ ਲੈ ਕੇ ਲੜਖੜਾਉਂਦੀ ਹੋਈ ਪੌੜੀਆਂ ਤੋਂ ਉਤਰ ਰਹੀ ਸੀ ਕਿਉਂਕਿ ਮੇਰੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਤਾਂ ਉੱਥੇ ਮੈਨੂੰ ਇੱਕ ਔਰਤ ਮਿਲੀ ਜੋ ਮੇਰੀ ਇਹ ਹਾਲਤ ਦੇਖ ਕੇ ਸਮਝ ਗਈ ਸੀ ਕਿ ਮੈਂ ਕਿਸ ਦਰਦ ਨਾਲ ਲੜ ਰਹੀ ਹਾਂ। ਉਸਨੇ ਮੈਨੂੰ ਫੜਿਆ ਅਤੇ ਕਹਿਣ ਲੱਗੀ, ਇਹ ਜ਼ਾਲਮ ਲੋਕ ਸਾਡੇ ਵਰਗੀਆਂ ਔਰਤਾਂ 'ਤੇ ਕੋਈ ਰਹਿਮ ਨਹੀਂ ਕਰਦੇ, ਬਲਕਿ ਸਾਨੂੰ ਬੁਰੀ ਤਰ੍ਹਾਂ ਨੋਚ ਖਾਂਦੇ ਹਨ। ਉਹ ਔਰਤ ਮੈਨੂੰ ਇਸ ਜਗ੍ਹਾ 'ਤੇ ਲੈ ਆਈ ਅਤੇ ਮੈਨੂੰ ਇੱਥੇ ਨੱਚਣ ਦਾ ਕੰਮ ਦਿਵਾਇਆ। ਮੈਂ ਰੋਜ਼ ਰਾਤ ਨੂੰ ਇੱਥੇ ਆ ਜਾਂਦੀ ਹਾਂ ਅਤੇ ਸਾਰੀ ਰਾਤ ਨੱਚ ਕੇ ਇੰਨੇ ਪੈਸੇ ਕਮਾ ਲੈਂਦੀ ਹਾਂ ਕਿ ਆਪਣੀ ਮੰਮੀ ਦਾ ਇਲਾਜ ਵੀ ਕਰਵਾ ਸਕਦੀ ਹਾਂ ਅਤੇ ਆਪਣੇ ਭੈਣ ਭਾਈਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਵੀ ਸਕਦੀ ਹਾਂ। ਮੇਰੀ ਮੰਮੀ ਦੇ ਇਲਾਵਾ ਮੇਰੇ ਘਰ ਵਿੱਚ ਹੋਰ ਕਿਸੇ ਨੂੰ ਨਹੀਂ ਪਤਾ ਕਿ ਮੈਂ ਕੀ ਕੰਮ ਕਰਦੀ ਹਾਂ। ਮੇਰੇ ਭੈਣ ਭਾਈਆਂ ਨੂੰ ਇਹ ਪਤਾ ਹੈ ਕਿ ਮੈਂ ਰਾਤ ਨੂੰ ਕਿਸੇ ਹਸਪਤਾਲ ਵਿੱਚ ਨਰਸ ਦਾ ਕੰਮ ਕਰਦੀ ਹਾਂ। ਮੈਂ ਤੁਹਾਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਹੈ
ਹੁਣ ਚੰਗਾ ਇਹੀ ਹੋਵੇਗਾ ਕਿ ਤੁਸੀਂ ਆਪਣੇ ਘਰ ਚਲੇ ਜਾਓ, ਕਿਉਂਕਿ ਮੈਨੂੰ ਦੁਬਾਰਾ ਨੱਚਣ ਲਈ ਜਾਣਾ ਹੈ। ਅਤੇ ਉਹ ਮੈਨੂੰ ਛੱਡ ਕੇ ਚਲੀ ਗਈ। ਮੈਂ ਬਹੁਤ ਜ਼ਿਆਦਾ ਉਦਾਸ ਅਤੇ ਦੁਖੀ ਹੋ ਕੇ ਆਪਣੇ ਘਰ ਆ ਗਿਆ, ਪਰ ਹਾਲੇ ਵੀ ਮੇਰੇ ਦਿਲੋਂ ਦਿਮਾਗ ਵਿੱਚੋਂ ਅਨਮੋਲ ਨਹੀਂ ਨਿਕਲ ਰਹੀ ਸੀ ਅਤੇ ਸ਼ਾਇਦ ਉਸ ਨੂੰ ਵੀ ਲੱਗ ਰਿਹਾ ਹੋਵੇਗਾ ਕਿ ਮੈਂ ਹੁਣ ਕਦੇ ਵੀ ਉਸ ਦਾ ਪਿੱਛਾ ਨਹੀਂ ਕਰਾਂਗਾ। ਪਰ ਮੇਰੇ ਲਈ ਉਸ ਨੂੰ ਭੁੱਲਣਾ ਬਿਲਕੁਲ ਵੀ ਆਸਾਨ ਨਹੀਂ ਸੀ, ਕਿਉਂਕਿ ਉਸ ਦੀ ਖੂਬਸੂਰਤੀ ਮੇਰੇ ਦਿਲੋਂ ਦਿਮਾਗ ਵਿੱਚ ਘਰ ਕਰ ਚੁੱਕੀ ਸੀ। ਅਤੇ ਮੈਂ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ, ਪਰ ਹਾਲੇ ਮੰਮੀ ਨੂੰ ਮੈਂ ਸਿਰਫ ਇੰਨਾ ਦੱਸਿਆ ਕਿ ਉਹ ਹਸਪਤਾਲ ਵਿੱਚ ਰਾਤ ਭਰ ਡਿਊਟੀ ਕਰਦੀ ਹੈ ਅਤੇ ਉਸ ਦੇ ਘਰ ਦੇ ਹਾਲਾਤ ਚੰਗੇ ਨਹੀਂ ਹਨ। ਉਹ ਲੋਕ ਬਹੁਤ ਗਰੀਬ ਹਨ। ਪਰ ਮੰਮੀ ਨੇ ਕਿਹਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਬਸ ਕੁੜੀ ਤੈਨੂੰ ਪਸੰਦ ਹੋਣੀ ਚਾਹੀਦੀ ਹੈ, ਇਹੀ ਬਹੁਤ ਹੈ। ਮੰਮੀ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਸੀ ਅਤੇ ਮਨ ਹੀ ਮਨ ਕਹਿ ਰਿਹਾ ਸੀ ਕਿ ਰੱਬ ਮੇਰੇ ਮਾਂ-ਬਾਪ ਵਰਗੇ ਮਾਂ-ਬਾਪ ਸਭ ਨੂੰ ਦੇਵੇ ਜੋ ਆਪਣੇ ਬੱਚਿਆਂ ਨੂੰ ਇੰਨਾ ਸਮਝਦੇ ਹੋਣ। ਅਤੇ ਸਾਰੀ ਰਾਤ ਮੈਂ ਅਨਮੋਲ ਦੇ ਬਾਰੇ ਵਿੱਚ ਹੀ ਸੋਚਦਾ ਰਿਹਾ ਕਿ ਜੇਕਰ ਉਸਨੇ ਮਜਬੂਰੀ ਵਿੱਚ ਇਹ ਕੰਮ ਕੀਤਾ ਹੈ ਤਾਂ ਜ਼ਰੂਰੀ ਤਾਂ ਨਹੀਂ ਕਿ ਉਸਦੀ ਸਾਰੀ ਜ਼ਿੰਦਗੀ ਇਸੇ ਨਰਕ ਵਿੱਚ ਗੁਜ਼ਰੇ। ਅਤੇ ਉਸਨੇ ਇਹ ਕੰਮ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਸੀ, ਬਲਕਿ ਕੁਝ ਦਰਿੰਦਿਆਂ ਕਰਕੇ ਉਸਦੀ ਇਹ ਹਾਲਤ ਹੋਈ ਸੀ। ਮੈਂ ਆਪਣੇ ਦਿਲ ਵਿੱਚ ਉਸ ਨਾਲ ਵਿਆਹ ਕਰਨ ਅਤੇ ਉਸ ਨੂੰ ਉਸ ਨਰਕ ਵਿੱਚੋਂ ਬਾਹਰ ਕੱਢਣ ਦਾ ਠਾਣ ਲਿਆ ਸੀ। ਅਗਲੇ ਦਿਨ ਮੈਂ ਕਾਲਜ ਜਾਣ ਲਈ ਘਰ ਤੋਂ ਨਿਕਲਿਆ। ਅਨਮੋਲ ਅੱਜ ਵੀ ਬੱਸ ਵਿੱਚ ਮੌਜੂਦ ਸੀ ਅਤੇ ਜਿਵੇਂ ਹੀ ਉਸ ਦਾ ਸਟਾਪ ਆਇਆ ਤਾਂ ਉਹ ਉਤਰ ਗਈ ਅਤੇ ਇੱਕ ਵਾਰ ਫੇਰ ਮੈਂ ਉਸ ਦੇ ਪਿੱਛੇ ਉਤਰ ਗਿਆ। ਮੈਨੂੰ ਦੇਖ ਕੇ ਉਹ ਕਹਿਣ ਲੱਗੀ, ਰਾਤ ਨੂੰ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਣ ਤੋਂ ਬਾਅਦ ਵੀ ਤੁਸੀਂ ਮੇਰਾ ਪਿੱਛਾ ਕਿਉਂ ਨਹੀਂ ਛੱਡ ਰਹੇ? ਮੈਂ ਕਿਹਾ, ਜਿਸ ਨਾਲ ਤੁਸੀਂ ਪਿਆਰ ਕਰਦੇ ਹੋ ਉਸ ਨੂੰ ਛੱਡਿਆ ਨਹੀਂ ਜਾਂਦਾ, ਬਲਕਿ ਉਸ ਦੀਆਂ ਗਲਤੀਆਂ ਨੂੰ ਸੁਧਾਰਨ ਵਿੱਚ ਉਸ ਦਾ ਸਾਥ ਦਿੱਤਾ ਜਾਂਦਾ ਹੈ। ਮੈਂ ਕਿਹਾ, ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਅਤੇ ਤੇਰੇ ਨਾਲ ਤੇਰੇ ਘਰ ਵਾਲਿਆਂ ਦੀ ਵੀ ਦੇਖਭਾਲ ਕਰਾਂਗਾ। ਬਸ ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਇਹ ਕੰਮ ਛੱਡ ਦੇਵੇਂਗੀ, ਕਿਉਂਕਿ ਮੈਂ ਤੈਨੂੰ ਇਸ ਨਰਕ ਵਿੱਚੋਂ ਕੱਢ ਕੇ ਇੱਕ ਚੰਗੀ ਅਤੇ ਇੱਜ਼ਤਦਾਰ ਜ਼ਿੰਦਗੀ ਦੇਣਾ ਚਾਹੁੰਦਾ ਹਾਂ। ਉਸ ਨੂੰ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਹੱਸਦੀ ਹੋਈ ਕਹਿਣ ਲੱਗੀ, ਤਾਂ ਤੁਸੀਂ ਇੱਕ ਨੱਚਣ ਵਾਲੀ ਨੂੰ ਆਪਣੇ ਘਰ ਦੀ ਇੱਜ਼ਤ ਬਣਾਉਣਾ ਚਾਹੁੰਦੇ ਹੋ? ਮੈਂ ਉਸ ਨੂੰ ਕਿਹਾ, ਤੂੰ ਆਪਣੇ ਘਰ ਦਾ ਐਡਰੈਸ ਦੇ ਅਤੇ ਮੇਰੇ ਘਰ ਵਾਲਿਆਂ ਦੇ ਆਉਣ ਦਾ ਇੰਤਜ਼ਾਰ ਕਰੀਂ। ਉਸਨੇ ਮੈਨੂੰ ਆਪਣਾ ਐਡਰੈਸ ਦੇ ਦਿੱਤਾ ਅਤੇ ਮੈਂ ਵਾਪਸ ਕਾਲਜ ਚਲਾ ਗਿਆ। ਅੱਜ ਮੇਰਾ ਆਖਰੀ ਪੇਪਰ ਸੀ ਅਤੇ ਮੇਰੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਇਸ ਦੇ ਬਾਅਦ ਮੈਨੂੰ ਬਸ ਆਪਣੀ ਨੌਕਰੀ ਦਾ ਇੰਤਜ਼ਾਮ ਕਰਨਾ ਸੀ। ਘਰ ਜਾਂਦੇ ਹੀ ਮੈਂ ਮੰਮੀ ਨੂੰ ਅਨਮੋਲ ਦਾ ਐਡਰੈਸ ਦੇ ਦਿੱਤਾ ਅਤੇ ਕਿਹਾ ਕਿ ਮੈਂ ਉਸ ਕੁੜੀ ਨਾਲ ਹੀ ਵਿਆਹ ਕਰਨਾ ਚਾਹੁੰਦਾ ਹਾਂ ਅਤੇ ਉਸ ਦੀ ਨੌਕਰੀ ਵੀ ਛਡਾਉਣਾ ਚਾਹੁੰਦਾ ਹਾਂ ਅਤੇ ਜਦੋਂ ਤੱਕ ਉਸ ਦਾ ਭਾਈ ਕੋਈ ਕੰਮ ਨਹੀਂ ਕਰ ਲੈਂਦਾ ਉਦੋਂ ਤੱਕ ਉਸ ਦੇ ਘਰ ਵਾਲਿਆਂ ਦਾ ਵੀ ਖਿਆਲ ਮੈਂ ਹੀ ਰੱਖਾਂਗਾ। ਮੰਮੀ ਨੂੰ ਇਸ ਗੱਲ ਤੋਂ ਕੋਈ ਦਿੱਕਤ ਨਹੀਂ ਸੀ, ਕਿਉਂਕਿ ਮੰਮੀ ਆਪ ਵੀ ਲੋਕਾਂ ਦੀ ਬਹੁਤ ਮਦਦ ਕਰਦੀ ਸੀ ਅਤੇ ਮੰਮੀ ਨੇ ਸਾਰੀ ਗੱਲ ਹੁਣ ਪਾਪਾ ਨੂੰ ਵੀ ਦੱਸ ਦਿੱਤੀ ਸੀ। ਪਾਪਾ ਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੋਈ, ਬਲਕਿ ਉਹਨਾਂ ਨੇ ਮੇਰਾ ਕੰਮ ਹੋਰ ਵੀ ਆਸਾਨ ਕਰ ਦਿੱਤਾ। ਉਹਨਾਂ ਨੇ ਕਿਹਾ, ਮੈਂ ਤੇਰੇ ਲਈ ਕੁਝ ਪੈਸੇ ਜਮ੍ਹਾਂ ਕਰਕੇ ਰੱਖੇ ਹਨ, ਜਿਸ ਨਾਲ ਤੂੰ ਆਪਣੀ ਪੜ੍ਹਾਈ ਪੂਰੀ ਕਰਕੇ ਆਪਣਾ ਕਾਰੋਬਾਰ ਕਰ ਸਕਦਾ ਹੈ। ਮੰਮੀ ਪਾਪਾ ਮੇਰਾ ਰਿਸ਼ਤਾ ਲੈ ਕੇ ਅਨਮੋਲ ਦੇ ਘਰ ਚਲੇ ਗਏ ਅਤੇ ਉਹਨਾਂ ਨੂੰ ਵੀ ਅਨਮੋਲ ਬਹੁਤ ਪਸੰਦ ਆਈ। ਉਹਨਾਂ ਨੇ ਵਿਆਹ ਦਾ ਦਿਨ ਵੀ ਪੱਕਾ ਕਰ ਦਿੱਤਾ। ਮੈਂ ਅਨਮੋਲ ਨੂੰ ਚੰਗੀ ਤਰ੍ਹਾਂ ਇੱਕ ਗੱਲ ਦੱਸ ਦਿੱਤੀ ਸੀ ਕਿ ਸਭ ਨੂੰ ਉਹੀ ਸੱਚਾਈ ਦੱਸਣੀ ਹੈ ਜੋ ਤੇਰੇ ਭੈਣ ਭਾਈਆਂ ਨੂੰ ਪਤਾ ਹੈ। ਅਨਮੋਲ ਨੇ ਆਪਣਾ ਕੰਮ ਛੱਡ ਦਿੱਤਾ ਸੀ ਅਤੇ ਹੁਣ ਮੇਰਾ ਕਾਰੋਬਾਰ ਵੀ ਵਧੀਆ ਚੱਲਣ ਲੱਗਿਆ ਸੀ ਅਤੇ ਮੈਂ ਸਾਰੀ ਜ਼ਿੰਮੇਵਾਰੀ ਚੁੱਕਣ ਲਈ ਵੀ ਤਿਆਰ ਸੀ। ਕੁਝ ਦਿਨ ਬਾਅਦ ਸਾਡਾ ਵਿਆਹ ਹੋ ਗਿਆ ਅਤੇ ਮੈਂ ਅਨਮੋਲ ਨੂੰ ਉਸ ਨਰਕ ਵਿੱਚੋਂ ਕੱਢ ਕੇ ਇੱਕ ਵਧੀਆ ਜ਼ਿੰਦਗੀ ਦੇ ਦਿੱਤੀ ਸੀ ਅਤੇ ਕਦੇ ਵੀ ਉਸ ਨੂੰ ਉਸ ਦੀ ਪੁਰਾਣੀ ਜ਼ਿੰਦਗੀ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ। ਹੁਣ ਸਾਡੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਰਹੀ ਸੀ। ਦੋਸਤੋ, ਇਹੀ ਸੱਚਾ ਪਿਆਰ ਹੁੰਦਾ ਹੈ। ਨਹੀਂ ਤਾਂ ਅੱਜ ਕੱਲ੍ਹ ਲੋਕ ਜਿਸਮਾਂ ਦੀ ਭੁੱਖ ਮਿਟਾਉਣ ਨੂੰ ਹੀ ਮੁਹੱਬਤ ਦਾ ਨਾਮ ਦੇ ਕੇ ਉਸ ਨੂੰ ਬਦਨਾਮ ਕਰਦੇ ਹਨ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।